इस जगत ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਈ ਪਿਆਰ ਅਤੇ ਸਤਿਕਾਰ ਦਿਲਾਂ ਦੇ ਵਿੱਚ ਭਰਿਆ ਹੋਇਆ ਹੈ। ਐਸੀ ਸ਼ਖਸੀਅਤ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ, ਅੰਮ੍ਰਿਤ ਦੀ ਦਾਤ ਦਿੱਤੀ, ਧਰਮ ਦੀ ਖਾਤਰ ਆਪਣਾ ਪਰਿਵਾਰ ਵਾਰਿਆ, ਉਹਨਾਂ ਦੇ ਜੀਵਨ ਦੀ ਛਾਪ ਹਰ ਇੱਕ ਸਿੱਖ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕੀ ਹੈ। ਹਰ ਕੋਈ ਐਸੇ ਮਹਾਨ ਯੋਧੇ ਮਹਾਂਪੁਰਖ ਪਰਮਾਤਮਾ ਦੇ ਅਤ ਪਿਆਰੇ ਦੇ ਦਰਸ਼ਨਾਂ ਨੂੰ ਲੋਚਦਾ ਹੈ। ਦਿਲਾਂ ਵਿੱਚ ਹਰ ਵਕਤ ਤਾਂਘ ਹੁੰਦੀ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ। ਇੱਕ ਵਾਰ ਦਰਸ਼ਨ ਮਾਤਰ ਮਿਲ ਜਾਣ ਤਾਂ ਜੋ ਜੀਵਨ ਸਫਲਾ ਹੋ ਜਾਏ, ਪਰ ਹਰ ਕਿਸੇ ਦੇ ਭਾਗਾਂ ਦੇ ਵਿੱਚ ਨਸੀਬ ਨਹੀਂ ਹੁੰਦੇ ਗੁਰੂ ਸਾਹਿਬ ਦੇ ਦਰਸ਼ਨ। ਅਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਚਾਹ ਨਹੀਂ ਰਹਿੰਦੀ, ਕਿਉਂਕਿ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਹੀ ਇਹ ਸਾਰਾ ਸੰਸਾਰ ਹੈ। ਜੇਕਰ ਇੱਕ ਵਾਰ ਵਾਜਾਂ ਵਾਲਾ ਤਾਂ ਫਿਰ ਹਰ ਇੱਛਾ ਪੂਰੀ ਹੋ ਗਈ ਜਾਪਦੀ ਹੈ। ਸੋ ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਨਾਮ ਤੋਂ ਆਪਾਂ ਸਾਰੇ ਭਲੀ ਭਾਂਤੀ ਜਾਣੂ ਹਾਂ। ਸਿੱਖ ਜਗਤ ਵਿੱਚ ਮਹਾਂਪੁਰਖਾਂ ਦਾ ਨਾਮ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਸੰਤ ਬਾਬਾ ਅਤਰ ਸਿੰਘ ਜੀ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ। ਸੰਤ ਬਾਬਾ ਅਤਰ ਸਿੰਘ ਜੀ ਨੇ ਜਿੱਥੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ, ਉੱਥੇ ਹੀ ਵਿੱਦਿਅਕ ਖੇਤਰ ਦੇ ਵਿੱਚ ਬਾਬਾ ਅਤਰ ਸਿੰਘ ਜੀ ਦੇ ਵਡਮੁੱਲੇ ਯੋਗਦਾਨ ਹਨ ਅਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਬਾਬਾ ਅਤਰ ਸਿੰਘ ਜੀ ਦੇ ਮਹਾਨ ਯੋਗਦਾਨ ਹੈ। ਇਹਨਾਂ ਗੱਲਾਂ ਤੋਂ ਆਪਾਂ ਸਾਰੇ ਚੰਗੀ ਤਰ੍ਹਾਂ ਵਾਕਿਫ ਹਾਂ। ਸੋ ਅੱਜ ਦੀ ਇਹ ਘਟਨਾ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੀ ਹੈ। ਇੱਕ ਵਾਰ ਸੰਤ ਬਾਬਾ ਅਤਰ ਸਿੰਘ ਜੀ ਗੁਰਧਾਮਾਂ ਦੇ ਦਰਸ਼ਨਾਂ ਨੂੰ ਨਿਕਲੇ ਅਤੇ ਗੁਰਧਾਮਾਂ ਦੇ ਦਰਸ਼ਨ ਕਰਦੇ ਕਰਦੇ ਸੰਤ ਬਾਬਾ ਅਤਰ ਸਿੰਘ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ। ਉੱਥੇ ਪਹੁੰਚ ਕੇ ਬਾਬਾ ਜੀ ਨੇ ਹਜ਼ੂਰ ਸਾਹਿਬ ਦਰਬਾਰ ਦੇ ਦਰਸ਼ਨ ਕੀਤੇ ਅਤੇ ਕੀਰਤਨ ਸਰਵਨ ਕਰਨ ਤੋਂ ਬਾਅਦ ਕੁਝ ਦਿਨ ਉੱਥੇ ਰੁਕੇ ਅਤੇ ਫਿਰ ਉੱਥੇ ਦੇ ਨੇੜਲੇ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਨਿਕਲ ਪਏ। ਜੋ ਵੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਈ ਹੈ, ਆਪ ਸਭ ਨੇ ਉੱਥੇ ਦੇ ਸ਼ਾਂਤਮਈ ਮਾਹੌਲ ਨੂੰ ਮਹਿਸੂਸ ਕੀਤਾ ਹੋਵੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਦੀ ਖਿੱਚ ਪਿਆਰ ਬਾਬਾ ਅਤਰ ਸਿੰਘ ਜੀ ਦੇ ਮਨ ਦੇ ਵਿੱਚ ਵੀ ਪਈ। ਉੱਥੇ ਉਹਨਾਂ ਦਾ ਚਿੱਤ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗ ਗਿਆ। ਸੰਤ ਬਾਬਾ ਅਤਰ ਸਿੰਘ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨਗੇ। ਇੱਕ ਐਸੀ ਖਿੱਚ ਉਹਨਾਂ ਅੰਦਰ ਬਣੀ ਅਤੇ ਇਹ ਪਿਆਰ ਅਤੇ ਤਾਂਘ ਇੰਨੀ ਜ਼ਿਆਦਾ ਦ੍ਰਿੜ ਸੀ ਕਿ ਉਹਨਾਂ ਦਾ ਵਿਚਾਰ ਪੱਕਾ ਹੋ ਗਿਆ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਉਹਨਾਂ ਤੋਂ ਸਹੀ ਨਹੀਂ ਗਈ। ਸੰਤਾਂ ਨੇ ਦਰਸ਼ਨ ਪਾਉਣ ਦੇ ਲਈ ਕਈ ਵਸੀਲੇ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਦੇ ਲਈ ਉਹਨਾਂ ਨੇ ਨਾਮ ਬਾਣੀ ਦੇ ਵਿੱਚ ਜੁੜਨ ਦੇ ਲਈ ਇੱਕ ਇਕਾਂਤ ਜਗ੍ਹਾ ਦੀ ਖੋਜ ਸ਼ੁਰੂ ਕਰ ਦਿੱਤੀ। ਸੰਤ ਬਾਬਾ ਅਤਰ ਸਿੰਘ ਜੀ ਹਜ਼ੂਰ ਸਾਹਿਬ ਦਰਬਾਰ ਦੇ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਗਏ ਅਤੇ ਅਰਦਾਸ ਕੀਤੀ ਕਿ ਆਪ ਜੀ ਦੇ ਦਰਸ਼ਨਾਂ ਦੀ ਲੋਚ ਦੇ ਵਿੱਚ ਮੈਂ ਨਾਮ ਸਿਮਰਨ ਵਿੱਚ ਜੁੜਨ ਜਾ ਰਿਹਾ ਹਾਂ। ਕਿਰਪਾ ਕਰਕੇ ਦਰਸ਼ਨ ਦੇ ਕੇ ਮੇਰਾ ਜੀਵਨ ਸਫਲਾ ਕਰੋ। ਅਰਦਾਸ ਕਰ ਬਾਬਾ ਜੀ ਗੋਦਾਵਰੀ ਦੇ ਕਿਨਾਰੇ ਕਿਨਾਰੇ ਇੱਕ ਇਕਾਂਤ ਜਗ੍ਹਾ ਲੱਭਣ ਦੇ ਵਿੱਚ ਰੁੱਝ ਗਏ। ਕਾਫੀ ਸਮਾਂ ਜਗ੍ਹਾ ਖੋਜਣ ਤੋਂ ਬਾਅਦ ਉਹ ਬਹੁਤ ਦੂਰ ਨਿਕਲ ਗਏ ਅਤੇ ਇੱਕ ਇਕਾਂਤ ਜਗ੍ਹਾ ਦੇ ਵਿੱਚ ਬੋਹੜ ਦੇ ਇੱਕ ਵੱਡੇ ਪੁਰਾਣੇ ਦਰਖਤ ਦੇ ਕੋਲ ਪਹੁੰਚੇ। ਉਸ ਬੋਹੜ ਦੇ ਦਰਖਤ ਦੇ ਵਿੱਚ ਉੱਪਰੋਂ ਥੱਲੇ ਦੀ ਤਰਫ ਇੱਕ ਖੋੜ ਸੀ। ਸੰਤਾਂ ਨੇ ਇਹ ਸਥਾਨ ਦੇਖਿਆ ਅਤੇ ਉਹਨਾਂ ਨੂੰ ਇਹ ਖੋੜ ਵਾਲਾ ਬੋਹੜ ਦਾ ਦਰਖਤ ਤਪੱਸਿਆ ਸਾਧਨ ਦੇ ਲਈ ਬਹੁਤ ਵਧੀਆ ਲੱਗਿਆ, ਕਿਉਂਕਿ ਕੁਦਰਤੀ ਛੱਤ ਸੀ ਅਤੇ ਇਕਾਂਤ ਸਥਾਨ ਸੀ ਜਿੱਥੇ ਕਿਸੇ ਦਾ ਵੀ ਆਉਣਾ ਜਾਣਾ ਨਹੀਂ ਸੀ। ਸੋ ਬਾਬਾ ਜੀ ਨੇ ਉਹ ਜਗ੍ਹਾ ਸਾਫ਼ ਕੀਤੀ ਅਤੇ ਆਪਣੇ ਬੈਠਣ ਦਾ ਪ੍ਰਬੰਧ ਕੀਤਾ ਅਤੇ ਵਾਹਿਗੁਰੂ ਦੇ ਜਾਪ ਦੇ ਵਿੱਚ ਲੀਨ ਹੋ ਗਏ। ਹੁਣ ਭੁੱਖੇ ਪੇਟ ਭਗਤੀ ਤਾਂ ਨਹੀਂ ਹੁੰਦੀ, ਸੋ ਪਰਮਾਤਮਾ ਨੂੰ ਵੀ ਆਪਣੇ ਪਿਆਰਿਆਂ ਦੀ ਫਿਕਰ ਹੁੰਦੀ ਹੈ। ਨਾਮ ਦੇ ਵਿੱਚ ਜੁੜੇ ਮਹਾਂਪੁਰਖਾਂ ਨੂੰ ਵੈਸੇ ਤਾਂ ਰੋਟੀ ਦੀ ਭੁੱਖ ਨਹੀਂ ਹੁੰਦੀ, ਸਿਰਫ ਨਾਮ ਦੀ ਭੁੱਖ ਹੁੰਦੀ ਹੈ, ਪਰ ਸਰੀਰ ਨੂੰ ਚੱਲਦਾ ਰੱਖਣ ਦੇ ਲਈ ਪਰਮਾਤਮਾ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰ ਹੀ ਦਿੰਦਾ ਹੈ। ਉਸ ਪਰਮਾਤਮਾ ਨੂੰ ਆਪਣੇ ਭਗਤਾਂ ਦੀ ਹਰ ਵਕਤ ਫਿਕਰ ਰਹਿੰਦੀ ਹੈ। ਸੋ ਬਾਬਾ ਅਤਰ ਸਿੰਘ ਜੀ ਵੀ ਤਪੱਸਿਆ ਦੇ ਵਿੱਚ ਜੁੜ ਗਏ ਅਤੇ ਉਹਨਾਂ ਕੋਲ ਖਾਣ ਪੀਣ ਦੀ ਕੋਈ ਵਿਵਸਥਾ ਨਹੀਂ ਸੀ। ਬਹੁਤ ਦਿਨ ਉਹ ਬਿਨਾਂ ਖਾਧੇ ਪੀਤੇ ਨਾਮ ਦੇ ਵਿੱਚ ਲੀਨ ਰਹੇ ਅਤੇ ਉਸ ਬੋਹੜ ਦੇ ਖੋੜ ਦੇ ਵਿੱਚ ਨਾਮ ਜਪਦੇ ਰਹੇ। ਕੁਝ ਦਿਨਾਂ ਬਾਅਦ ਹਜ਼ੂਰ ਸਾਹਿਬ ਦੇ ਜਥੇਦਾਰ ਜੀ, ਜਿਨ੍ਹਾਂ ਦੀ ਡਿਊਟੀ ਅੰਦਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੁੰਦੀ ਹੈ, ਆਪਣੇ ਕਮਰੇ ਦੇ ਵਿੱਚ ਸੋ ਰਹੇ ਸੀ। ਉਹਨਾਂ ਨੂੰ ਉਸ ਰਾਤ ਸੁਪਨਾ ਆਇਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਗੁਰੂ ਸਾਹਿਬ ਨੇ ਜਥੇਦਾਰ ਜੀ ਨੂੰ ਕਿਹਾ ਕਿ ਸਾਡਾ ਇੱਕ ਪਿਆਰਾ ਗੋਦਾਵਰੀ ਦੇ ਕੰਢੇ ਨਾਮ ਬਾਣੀ ਦੇ ਵਿੱਚ ਜੁੜਿਆ ਹੋਇਆ ਹੈ ਅਤੇ ਬਹੁਤ ਦਿਨਾਂ ਤੋਂ ਬਿਨਾਂ ਕੁਝ ਖਾਧੇ ਪੀਤੇ ਪ੍ਰਭੂ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ। ਤੁਸੀਂ ਉਹਨਾਂ ਕੋਲ ਜਾਓ ਅਤੇ ਉਹਨਾਂ ਲਈ ਅੰਮ੍ਰਿਤ ਵੇਲੇ ਲੰਗਰ ਖੁਦ ਤਿਆਰ ਕਰਕੇ ਲੈ ਕੇ ਜਾਓ ਅਤੇ ਛਕਾਓ। ਜਥੇਦਾਰ ਜੀ ਇਸ ਸੁਪਨੇ ਤੋਂ ਬਾਅਦ ਬਹੁਤ ਹੀ ਹੈਰਾਨ ਸੀ। ਉਹ ਇਸ ਨੂੰ ਸਿਰਫ ਸੁਪਨਾ ਸਮਝ ਕੇ ਭੁੱਲ ਨਹੀਂ ਸਕਦੇ ਸੀ। ਸੋ ਉਹਨਾਂ ਨੇ ਇਸ ਸੁਪਨੇ ਨੂੰ ਇੱਕ ਇਸ਼ਾਰਾ ਮਾਤਰ ਨਹੀਂ ਸਮਝਿਆ ਅਤੇ ਅੰਮ੍ਰਿਤ ਵੇਲੇ ਖੁਦ ਲੰਗਰ ਤਿਆਰ ਕਰਕੇ ਉਹ ਬਾਬਾ ਜੀ ਦੇ ਹੁਕਮ ਅਨੁਸਾਰ
ਉਸ ਮਹਾਂਪੁਰਖ ਦੀ ਖੋਜ ਦੇ ਵਿੱਚ ਗੋਦਾਵਰੀ ਦੇ ਕੰਢੇ ਲੱਭਣ ਚਲੇ ਗਏ। ਬਹੁਤ ਸਮਾਂ ਉਹਨਾਂ ਨੇ ਖੋਜ ਕੀਤੀ ਪਰ ਉਹਨਾਂ ਨੂੰ ਉੱਥੇ ਕੋਈ ਵੀ ਨਹੀਂ ਮਿਲਿਆ ਅਤੇ ਸੇਵਾ ਦਾ ਸਮਾਂ ਹੋਣ ਕਾਰਨ ਉਹ ਵਾਪਸ ਮੁੜ ਆਏ। ਅਗਲੇ ਦਿਨ ਉਹ ਫਿਰ ਵਾਪਸ ਅੰਮ੍ਰਿਤ ਵੇਲੇ ਲੰਗਰ ਤਿਆਰ ਕਰਕੇ ਉਸ ਮਹਾਂਪੁਰਖ ਦੀ ਖੋਜ ਦੇ ਵਿੱਚ ਨਿਕਲ ਪਏ, ਪਰ ਅਗਲੇ ਦਿਨ ਵੀ ਉਹ ਲੱਭਣ ਦੇ ਵਿੱਚ ਅਸਫਲ ਰਹੇ। ਜਥੇਦਾਰ ਜੀ ਨੇ ਸਮਝਿਆ ਕਿ ਸ਼ਾਇਦ ਉਹ ਸਿਰਫ ਇੱਕ ਸੁਪਨਾ ਹੀ ਸੀ, ਸੋ ਉਹਨਾਂ ਨੇ ਖੋਜ ਬੰਦ ਕਰ ਦਿੱਤੀ। 2 ਦਿਨ ਬਾਅਦ ਫਿਰ ਜਥੇਦਾਰ ਜੀ ਨੂੰ ਸੁਪਨਾ ਆਇਆ ਅਤੇ ਗੁਰੂ ਸਾਹਿਬ ਨੇ ਦਰਸ਼ਨ ਦੇ ਕੇ ਕਿਹਾ ਕਿ ਤੁਹਾਨੂੰ ਉਸ ਪ੍ਰੇਮੀ ਨੂੰ ਖੋਜ ਕੇ ਲੰਗਰ ਛਕਾਉਣ ਲਈ ਕਿਹਾ ਸੀ, ਤੁਸੀਂ ਕਿਉਂ ਨਹੀਂ ਉਸ ਨੂੰ ਲੰਗਰ ਛਕਾਇਆ। ਜਥੇਦਾਰ ਜੀ ਨੇ ਕਿਹਾ ਕਿ ਮਹਾਰਾਜ, ਮੈਂ 2 ਦਿਨ ਉਹਨਾਂ ਮਹਾਂਪੁਰਖਾਂ ਲਈ ਲੰਗਰ ਤਿਆਰ ਕਰਕੇ ਉਹਨਾਂ ਦੀ ਖੋਜ ਵਿੱਚ ਜਾਂਦਾ ਰਿਹਾ, ਪਰ ਮੈਨੂੰ ਉਹ ਮਹਾਂਪੁਰਖ ਕਿਤੇ ਵੀ ਨਹੀਂ ਮਿਲੇ। ਉਹਨਾਂ ਨੂੰ ਲੱਭਣ ਦੇ ਵਿੱਚ ਮੈਂ ਅਸਫਲ ਰਿਹਾ। ਕਿਰਪਾ ਕਰਕੇ ਤੁਸੀਂ ਮੇਰਾ ਮਾਰਗਦਰਸ਼ਕ ਕਰੋ। ਗੁਰੂ ਸਾਹਿਬ ਨੇ ਜਥੇਦਾਰ ਜੀ ਨੂੰ ਉਸ ਜਗ੍ਹਾ ਬਾਰੇ ਸਭ ਕੁਝ ਦਿਖਾ ਦਿੱਤਾ ਜਿੱਥੇ ਬੋੜ ਦੀ ਖੋੜ ਦੇ ਵਿੱਚ ਬਾਬਾ ਜੀ ਤਪ ਕਰ ਰਹੇ ਸੀ। ਅਗਲੇ ਦਿਨ ਅੰਮ੍ਰਿਤ ਵੇਲੇ ਜਥੇਦਾਰ ਜੀ ਨੇ ਫਿਰ ਲੰਗਰ ਤਿਆਰ ਕੀਤਾ ਅਤੇ ਉਸ ਜਗ੍ਹਾ ਦੀ ਖੋਜ ਦੇ ਵਿੱਚ ਨਿਕਲ ਗਏ ਅਤੇ ਗੁਰੂ ਸਾਹਿਬ ਵੱਲੋਂ ਦੱਸੇ ਮਾਰਗ 'ਤੇ ਚੱਲਦਿਆਂ ਉਹ ਬੋੜ ਦੇ ਕੋਲ ਪਹੁੰਚੇ ਜਿੱਥੇ ਬਾਬਾ ਜੀ ਪ੍ਰਭੂ ਸਿਮਰਨ ਦੇ ਵਿੱਚ ਜੁੜੇ ਹੋਏ ਸੀ। ਜਥੇਦਾਰ ਜੀ ਨੇ ਬਾਬਾ ਜੀ ਨੂੰ ਦੇਖਿਆ ਅਤੇ ਉਹਨਾਂ ਕੋਲ ਬੈਠ ਗਏ। ਜਦੋਂ ਬਾਬਾ ਅਤਰ ਸਿੰਘ ਜੀ ਪ੍ਰਭੂ ਭਗਤੀ ਦੇ ਵਿੱਚੋਂ ਬਾਹਰ ਆਏ ਤਾਂ ਜਥੇਦਾਰ ਜੀ ਨੂੰ ਆਪਣੇ ਕੋਲ ਬੈਠਿਆ ਦੇਖ ਬਾਬਾ ਜੀ ਬਹੁਤ ਹੈਰਾਨ ਹੋਏ ਅਤੇ ਉਹਨਾਂ ਦੇ ਹੱਥ ਦੇ ਵਿੱਚ ਲੰਗਰ ਦਾ ਥਾਲ ਦੇਖ ਕੇ ਉਹ ਕੁਝ ਵੀ ਸਮਝ ਨਾ ਸਕੇ। ਬਾਬਾ ਜੀ ਨੇ ਪੁੱਛਿਆ ਕਿ ਜਥੇਦਾਰ ਜੀ, ਤੁਸੀਂ ਇੱਥੇ ਕਿਵੇਂ ਆਏ ਹੋ ਅਤੇ ਇਹ ਲੰਗਰ ਕਿਸ ਲਈ ਲੈ ਕੇ ਆਏ ਹੋ। ਜਥੇਦਾਰ ਜੀ ਨੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਲੰਗਰ ਲੈ ਕੇ ਉਹਨਾਂ ਕੋਲ ਭੇਜਿਆ ਹੈ। ਗੁਰੂ ਸਾਹਿਬ ਨੇ ਸੁਪਨੇ ਦੇ ਵਿੱਚ ਆ ਕੇ ਹੁਕਮ ਕੀਤਾ ਸੀ ਕਿ ਮੇਰਾ ਪਿਆਰਾ ਇੱਥੇ ਗੋਦਾਵਰੀ ਦੇ ਕੰਢੇ ਨਾਮ ਬਾਣੀ ਦੇ ਵਿੱਚ ਭੁੱਖਾ ਪਿਆਸਾ ਕਿੰਨੇ ਦਿਨਾਂ ਤੋਂ ਜੁੜਿਆ ਹੋਇਆ ਹੈ, ਸੋ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਲਗਾਈ ਹੈ ਤੁਹਾਨੂੰ ਲੰਗਰ ਛਕਾਉਣ ਦੇ ਲਈ। ਇਹ ਸੁਣ ਕੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਕਿ ਗੁਰੂ ਸਾਹਿਬ ਤੱਕ ਉਹਨਾਂ ਦੀ ਪੁਕਾਰਤਾ ਪਹੁੰਚੀ। ਫਿਰ ਬਾਬਾ ਜੀ ਨੇ ਪੁੱਛਿਆ ਕਿ ਤੁਹਾਨੂੰ ਇਸ ਜਗ੍ਹਾ ਬਾਰੇ ਕਿਵੇਂ ਪਤਾ ਚੱਲਿਆ, ਤਾਂ ਜਥੇਦਾਰ ਜੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਸ ਜਗ੍ਹਾ ਦਾ ਦ੍ਰਿਸ਼ ਉਹਨਾਂ ਨੂੰ ਦਿਖਾਇਆ ਸੀ ਕਿਉਂਕਿ ਉਹ ਇਸ ਤੋਂ ਕੁਝ ਦਿਨ ਪਹਿਲਾਂ ਵੀ ਖੋਜ ਕੇ ਅਸਫਲ ਹੋ ਕੇ ਮੁੜ ਗਏ ਸੀ। ਬਾਬਾ ਜੀ ਨੇ ਜਥੇਦਾਰ ਜੀ ਨੂੰ ਕਿਹਾ ਕਿ ਮੈਂ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਸਾਹਿਬ ਮੈਨੂੰ ਆਪਣੇ ਦਰਸ਼ਨ ਨਹੀਂ ਦਿੰਦੇ ਉਦੋਂ ਤੱਕ ਮੈਂ ਅੰਨ ਜਲ ਨਹੀਂ ਛਕਾਂਗਾ ਤੇ ਨਾ ਹੀ ਉਹਨਾਂ ਦਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮਨ ਕਰੇਗਾ ਕੁਝ ਵੀ ਛਕਣ ਦਾ। ਜਥੇਦਾਰ ਜੀ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਲੰਗਰ ਪਾਣੀ ਛਕ ਲਵੋ ਕਿਉਂਕਿ ਜੇਕਰ ਤੁਸੀਂ ਅੱਜ ਲੰਗਰ ਨਾ ਛਕਿਆ ਤਾਂ ਗੁਰੂ ਸਾਹਿਬ ਨੇ ਮੇਰੇ ਤੋਂ ਨਾਰਾਜ਼ ਹੋ ਜਾਣਾ ਹੈ। ਜਥੇਦਾਰ ਸਾਹਿਬ ਦੀ ਬੇਨਤੀ ਤੇ ਬਾਬਾ ਜੀ ਨੇ ਲੰਗਰ ਛਕਿਆ ਅਤੇ ਜਥੇਦਾਰ ਜੀ ਨੂੰ ਬੇਨਤੀ ਕੀਤੀ ਕਿ ਅੱਗੇ ਤੋਂ ਤੁਸੀਂ ਲੰਗਰ ਲੈ ਕੇ ਇਸ ਜਗ੍ਹਾ ਨਹੀਂ ਆਉਣਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਆਪਾਂ ਲੰਗਰ ਤਾਂ ਜ਼ਰੂਰ ਛਕਾਂਗੇ, ਪਰ ਤੁਸੀਂ ਗੋਦਾਵਰੀ ਦੇ ਕੋਲ ਇੱਕ ਵੱਡਾ ਪੱਥਰ ਹੈ ਉਸ ਕੋਲ ਲੰਗਰ ਰੱਖ ਜਾਇਆ ਕਰੋ, ਪਰ ਇਸ ਜਗ੍ਹਾ ਨਾ ਆਇਆ ਕਰੋ। ਆਪਾਂ ਉੱਥੇ ਜਾ ਕੇ ਆਪ ਹੀ ਲੰਗਰ ਛਕ ਲਿਆ ਕਰਾਂਗੇ। ਜਥੇਦਾਰ ਜੀ ਨੇ 7 ਬਚਨ ਕਿਹਾ ਅਤੇ ਉੱਥੋਂ ਚਲੇ ਗਏ। ਬਹੁਤ ਸਮਾਂ ਬਾਬਾ ਜੀ ਨੇ ਉੱਥੇ ਘੋਰ ਤਪੱਸਿਆ ਕੀਤੀ। ਕਦੀ ਕਵਾਰ ਬਾਬਾ ਜੀ ਉਸ ਬੋੜ ਦੀ ਖੋੜ ਦੇ ਵਿੱਚੋਂ ਨਿਕਲ ਕੇ ਬਾਹਰ ਗੋਦਾਵਰੀ ਦੇ ਕਿਨਾਰੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਦੇ ਸੀ, ਪਰ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਦਿਲ ਵਿੱਚ ਤਾਂਘ ਵੱਧਦੀ ਜਾ ਰਹੀ ਸੀ। ਇੰਨੇ ਦਿਨਾਂ ਤੱਕ ਤਪ ਹੋਣ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਤਾਂ ਬਾਬਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ, ਮੇਰੇ ਕੋਲੋਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਹੋਣਾ, ਕਿਰਪਾ ਕਰਕੇ ਦਰਸ਼ਨ ਦਿਓ। ਜੇਕਰ ਤੁਸੀਂ ਅੱਜ ਮੈਨੂੰ ਦਰਸ਼ਨ ਨਹੀਂ ਦਿੱਤੇ ਤਾਂ ਮੈਂ ਗੋਦਾਵਰੀ ਦੇ ਵਿੱਚ ਆਪਣਾ ਸਰੀਰ ਛੱਡ ਦੇਵਾਂਗਾ। ਇਸ ਤਰ੍ਹਾਂ ਦਾ ਬਾਬਾ ਜੀ ਨੇ ਆਪਣੇ ਅੰਦਰ ਪੱਕਾ ਕਰ ਲਿਆ ਅਤੇ ਨਾਮ ਦੇ ਵਿੱਚ ਲੀਨ ਹੋ ਗਏ। ਜਦੋਂ ਫਿਰ ਵੀ ਉਹਨਾਂ ਨੂੰ ਦਰਸ਼ਨ ਨਾ ਹੋਏ ਤਾਂ ਉਹ ਗੋਦਾਵਰੀ ਦੇ ਕੰਢੇ ਗਏ। ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਬਾਬਾ ਜੀ ਹੌਲੀ-ਹੌਲੀ ਗੋਦਾਵਰੀ ਦੇ ਪਾਣੀ ਦੇ ਵਿੱਚ ਚਲੇ ਗਏ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਪਾਣੀ ਦੇ ਵਿੱਚ ਲੀਨ ਹੋਣ ਹੀ ਲੱਗੇ ਸੀ ਕਿ ਬਾਬਾ ਜੀ ਨੂੰ ਪਿੱਛੋਂ ਇੱਕ ਆਵਾਜ਼ ਆਈ ਕਿ ਭਗਤਾ, ਤੂੰ ਕੀ ਚਾਹੁੰਦਾ ਹੈ। ਬਾਬਾ ਅਤਰ ਸਿੰਘ ਜੀ ਇਹ ਆਵਾਜ਼ ਸੁਣ ਕੇ ਬਹੁਤ ਹੈਰਾਨ ਹੋਏ। ਆਵਾਜ਼ ਬਹੁਤ ਮਿੱਠੀ ਅਤੇ ਨਿੱਘੀ ਸੀ। ਬਾਬਾ ਜੀ ਨੇ ਬਿਨਾਂ ਪਿੱਛੇ ਮੁੜੇ ਕਿਹਾ ਕਿ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਹਨ, ਤੁਹਾਡੇ ਦਰਸ਼ਨਾਂ ਦੀ ਤਾਂਘ ਹੈ। ਜੇਕਰ ਤੁਹਾਡੇ ਦਰਸ਼ਨ ਨਹੀਂ ਹੋਏ ਤਾਂ ਮੇਰਾ ਸਰੀਰ ਵੀ ਕਿਸੇ ਕੰਮ ਦਾ ਨਹੀਂ। ਪਿੱਛੋਂ ਆਵਾਜ਼ ਆਉਂਦੀ ਹੈ, ਤੈਨੂੰ ਕਿਸ ਤਰ੍ਹਾਂ ਦੇ ਦਰਸ਼ਨ ਚਾਹੀਦੇ ਹਨ। ਬਾਬਾ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਉਹ ਦਰਸ਼ਨ ਚਾਹੀਦੇ ਹਨ ਜਿਵੇਂ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪਣਾ ਦੀਵਾਨ ਲਗਾ ਕੇ ਬੈਠਦੇ ਸੀ। ਮੈਨੂੰ ਉਸੇ ਜਗ੍ਹਾ ਉਸੇ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਚਾਹੀਦੇ ਹਨ। ਫਿਰ ਪਿੱਛੋਂ ਆਵਾਜ਼ ਆਉਂਦੀ ਹੈ ਕਿ ਠੀਕ ਹੈ, ਫਿਰ ਤੁਸੀਂ ਸ਼ਿਕਾਰਘਾਟ ਗੁਰਦੁਆਰਾ ਸਾਹਿਬ ਆ ਜਾਓ। ਇਹ ਸੁਣ ਕੇ ਬਾਬਾ ਜੀ ਦੇ ਅੰਦਰ ਪ੍ਰਸੰਨਤਾ ਦਾ ਟਿਕਾਣਾ ਨਹੀਂ ਸੀ। ਬਾਬਾ ਜੀ ਨੇ ਇਹੀ ਸਮਝਿਆ ਕਿ ਉਹ ਆਵਾਜ਼ ਗੁਰੂ ਸਾਹਿਬ ਦੀ ਸੀ ਕਿਉਂਕਿ ਉਹਨਾਂ ਨੇ ਪਿੱਛੇ ਮੁੜ ਕੇ ਤਾਂ ਦੇਖਿਆ ਨਹੀਂ ਸੀ।
ਸੋ ਬਾਬਾ ਜੀ ਬਿਨਾਂ ਸਮੇਂ ਦੀ ਦੇਰ ਕੀਤੇ ਸ਼ਿਕਾਰਗੜ੍ਹ ਗੁਰਦੁਆਰਾ ਸਾਹਿਬ ਵੱਲ ਚੱਲ ਪਏ। ਜਦੋਂ ਬਾਬਾ ਜੀ ਸ਼ਿਕਾਰਗੜ੍ਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉੱਥੇ ਦਾ ਦ੍ਰਿਸ਼ ਦੇਖ ਕੇ ਬਾਬਾ ਜੀ ਅਚੰਭੇ ਦੇ ਵਿੱਚ ਆ ਗਏ, ਕਿਉਂਕਿ ਉਸ ਜਗ੍ਹਾ ਗੁਰਦੁਆਰਾ ਸਾਹਿਬ ਨਹੀਂ ਸੀ। ਉੱਥੇ ਤਾਂ ਸਿਰਫ ਗੁਰੂ ਸਾਹਿਬ ਦਾ ਦਰਬਾਰ ਲੱਗਿਆ ਹੋਇਆ ਸੀ। ਪ੍ਰਸਾਦੀ ਹਾਥੀ ਚੌਰ ਕਰ ਰਿਹਾ ਸੀ। ਸ਼ਾਸਤਰਾਂ ਦੇ ਨਾਲ ਸਜੇ ਹੋਏ ਸਿੰਘ ਗੁਰੂ ਮਹਾਰਾਜ ਦੇ ਆਲੇ ਦੁਆਲੇ ਬੈਠੇ ਹੋਏ ਸੀ। ਰਾਗੀ ਸਿੰਘ ਕੀਰਤਨ ਕਰ ਰਹੇ ਸੀ ਅਤੇ ਸੰਗਤਾਂ ਵੀ ਬੈਠੀਆਂ ਕੀਰਤਨ ਦਾ ਆਨੰਦ ਮਾਣ ਰਹੀਆਂ ਸੀ। ਬਾਬਾ ਜੀ ਇਹ ਸਾਰਾ ਨਜ਼ਾਰਾ ਦੇਖ ਗਦਗਦ ਹੋ ਉੱਠੇ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਅੰਦਰ ਗਏ। ਉੱਥੇ ਇੱਕ ਵਿਲੱਖਣ ਹੀ ਮਾਹੌਲ ਸੀ। ਫਿਰ ਸੰਤ ਬਾਬਾ ਅਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖੁੱਲੇ ਦਰਸ਼ਨ ਹੋਏ ਅਤੇ ਬਾਬਾ ਜੀ ਨੇ ਗੁਰੂ ਸਾਹਿਬ ਦੇ ਨਾਲ ਕਈ ਵਿਚਾਰਾਂ ਕੀਤੀਆਂ। ਸੰਤ ਬਾਬਾ ਤੇਜਾ ਸਿੰਘ ਜੀ ਦੱਸਦੇ ਹਨ ਕਿ ਬਾਬਾ ਅਤਰ ਸਿੰਘ ਜੀ ਨੇ ਕਦੀ ਇਹ ਵਿਚਾਰਾਂ ਜੋ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਕੀਤੀਆਂ ਸੀ ਉਹ ਕਿਸੇ ਦੇ ਨਾਲ ਸਾਂਝੀਆਂ ਤਾਂ ਨਹੀਂ ਕੀਤੀਆਂ, ਪਰ ਇੰਨਾ ਜ਼ਰੂਰ ਦੱਸਿਆ ਸੀ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜਾਬ ਜਾ ਕੇ ਮਨੁੱਖਤਾ ਨੂੰ ਖੰਡੇ ਬਾਟੇ ਦੀ ਪੌਲ ਅਤੇ ਸਿੰਘ ਸਜਾਉਣ ਦਾ ਹੁਕਮ ਦਿੱਤਾ ਸੀ ਅਤੇ ਮਨੁੱਖਤਾ ਦੀ ਸੇਵਾ ਦੀ ਡਿਊਟੀ ਵੀ ਲਗਾਈ ਸੀ। ਸੋ ਬਾਬਾ ਅਤਰ ਸਿੰਘ ਜੀ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਆਏ ਅਤੇ ਇੱਥੇ ਆ ਕੇ ਬਾਬਾ ਜੀ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਸਾਰਾ ਜੀਵਨ ਬਤੀਤਾ। ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਖੋਲ੍ਹੀਆਂ ਅਤੇ ਮਨੁੱਖਤਾ ਨੂੰ ਨਾਮ ਬਾਣੀ ਦੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।